सत श्री अकाल नमस्कार मैं हाँ दीपक भंडारी ते तुसीं देख रहे हो D4U न्यूज़। चर्चा करांगे दिन भर दीआं वड्डियां खबरां ते। पंजाब दे मुख मंत्री भगवंत मान ने अज नाभा जेल दा दौरा कीता ते उत्थे किहड़ियां-किहड़ियां कमियां ने ये भी जानकारी हासिल की। बाहर आके उन्होंने पत्रकारां नाल गलबात की ते उन्होंने आख्या कि जेल दीआं दीवारां छोटियां ने, इस करके बाहरों कुछ समान जिहड़े ने अपराधी तत्व जिहड़े ने वो सुट दिंदे ने जेल दे अंदर, इस करके उत्थे बाहर CCTV कैमरे होर लाए जाणगे ते नाल ही जेल दे विच टेस्ट करने वास्ते लैबोरेटरी असिस्टेंट भी तैनात किया जाएगा। नाभा जेल दे विच निरीक्षण करने लई ਅਸੀਂ ਪਹੁੰਚੇ ਪਟਿਆਲੇ ਦਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ और शीना साहब जो IG ने नाल SDM नाभा ते सारा प्रशासन जेल दे विच कोई कमी कोई टेक्नोलॉजी पक्षों कोई कमी होगी असीं उहदे बारे जेल सुप्रेंट नूं पुछिआ। उन्होंने एक दो कमियां दसियां कि बाहरों थ्रोइंग जिहड़ी हुंदी है कोई समान दी ਉਹਦੇ ਲਈ ਅਸੀਂ ਹੋਰ ਜ਼ਿਆਦਾ CCTV ਚਾਹੀਦੇ ਤਾਂ ਕਿ ਅਸੀਂ ਕੰਟਰੋਲ ਕਰ ਸਕੀਏ, ਕਿਉਂਕਿ ਜੇਲ੍ਹ ਦੀ ਬਾਉਂਡਰੀ ਦੇ ਨਾਲ ਹੀ ਪਬਲਿਕ ਦੀ ਪ੍ਰਾਪਰਟੀ ਸ਼ੁਰੂ ਹੋ ਜਾਂਦੀ ਹੈ, ਕੋਈ ਤਾਂ ਖੇਤ ਆ ਜਾਂਦਾ ਤਾਂ ਸ਼ਰਾਰਤੀ ਅਨਸਰ ਜਿਹੜੇ ਉਹਦਾ ਫਾਇਦਾ ਉਠਾ ਜਾਂਦੇ ਤੇ ਜੇਲ੍ਹ ਦੇ ਵਿੱਚ ਇੱਕ ਲੈਬ ਟੈਸਟ ਵਾਸਤੇ ਮੈਡੀਕਲੀ ਤੇ ਇੱਕ ਲੈਬ ਅਸਿਸਟੈਂਟ ਜਿਹੜਾ ਉਹਦੀ ਵੀ ਉਹਨਾਂ ਨੇ ਮੰਗ ਕੀਤੀ ਹੈ। ਕੈਦੀਆਂ ਨੂੰ ਵੀ ਮਿਲਿਆ ਮੈਂ, ਥਾਪਰ ਕਾਲਜ ਨੇ ਕੁਝ ਕੰਪਿਊਟਰ ਡੋਨੇਟ ਕੀਤੇ ਨੇ ਤੇ ਬਹੁਤ ਸਾਰੇ ਕੈਦੀ ਜਿਹੜੇ ਨੇ ਉਹ ਕੰਪਿਊਟਰ ਤੇ ਇੱਕ ਟੀਚਰ ਹੈ ਕੰਪਿਊਟਰ ਦਾ, ਉਹ ਉਹਨਾਂ ਨੂੰ ਜਿਹੜਾ ਉਹ ਕੰਪਿਊਟਰ ਦੀਆਂ ਕਲਾਸਾਂ ਲਾਉਂਦਾ ਤਾਂ ਕਿ ਦੇਖੋ ਸਦਾ ਤਾਂ ਉਹਨਾਂ ਨੇ ਰਹਿਣਾ ਨਹੀਂ ਇੱਥੇ, ਕੋਈ ਮਾੜਾ ਟਾਈਮ ਕਈ ਵਾਰੀ ਹੋ ਜਾਂਦਾ ਇੱਦਾਂ ਦਾ। परमात्मा के अरदास करते हैं जल्दी वो अपने परिवार जान। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਲਗਾਤਾਰ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲ ਰਹੇ ਨੇ, ਐਸੀਆਂ ਖਬਰਾਂ ਆ ਰਹੀਆਂ ਨੇ ਕਿ ਜੇਲ੍ਹਾਂ 'ਚ ਬਹਿ ਕੇ ਗੈਂਗਸਟਰ तमाम ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅੰਜਾਮ ਦੇ ਰਹੇ ਨੇ। ਤੁਹਾਨੂੰ ਯਾਦ ਹੋਣਾ ਹੈ ਕੁਝ ਦਿਨ ਪਹਿਲੇ ਅੰਮ੍ਰਿਤਸਰ ਦੇ ਵਿੱਚ ਵੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੌਰਾ ਕੀਤਾ ਸੀ ਤੇ ਉੱਥੇ ਵੀ ਬਹੁਤ ਸਾਰੇ ਮੋਬਾਈਲ ਮਿਲੇ ਸੀ ਤੇ ਉਹਨਾਂ ਨੇ ਆਖਿਆ ਹੈ ਕਿ ਜੇਲ੍ਹ 'ਚ ਜਿਹੜੇ ਮੋਬਾਈਲ ਨੇ ਬਾਹਰੋਂ ਸੁੱਟੇ ਜਾਂਦੇ ਨੇ ਤੇ ਬਾਹਰੋਂ ਸੁੱਟੇ ਜਾਂਦੇ ਨੇ ਤੇ ਇਹਦਾ ਇੰਤਜ਼ਾਮ ਵੀ ਤੇ ਸਰਕਾਰ ਨੇ ਹੀ ਕਰਨਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਇੱਕ ਦਿਨ ਪਹਿਲੇ ਗੋਇੰਦਵਾਲ ਦੀ ਜੇਲ੍ਹ ਦੇ ਵਿੱਚੋਂ ਵੀ 15 ਮੋਬਾਈਲ ਮਿਲੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਕਿਸੇ ਵੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਇੱਕ ਪਾਸੇ ਜੇਲ੍ਹਾਂ 'ਚੋਂ ਮੋਬਾਈਲ ਮਿਲਦੇ ਹੋਣ ਤੇ ਜੇਲ੍ਹਾਂ 'ਚ ਬਹਿ ਕੇ ਗੈਂਗਸਟਰ ਤਮਾਮ ਜਿਹੜੀਆਂ ਅਪਰਾਧਿਕ ਗਤੀਵਿਧੀਆਂ ਕਰਦੇ ਹੋਣ ਤੇ ਉੱਥੋਂ ਮੁੱਖ ਮੰਤਰੀ ਭਗਵੰਤ ਮਾਨ ਆਪ ਜੇਲ੍ਹਾਂ 'ਚ ਜਾਣ ਤੇ ਫਿਰ ਗੱਲ ਤਾਂ ਵੱਡੀ ਹੈ ਹੀ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਮੁੱਖ ਮੰਤਰੀ ਨੂੰ ਵੀ ਇਸ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਜੇਲ੍ਹ ਦੇ ਵਿੱਚ ਲਗਾਤਾਰ ਗੈਂਗਸਟਰ ਆਪਣੀਆਂ ਜਿਹੜੀਆਂ ਵੀ ਅਪਰਾਧਿਕ ਗਤੀਵਿਧੀਆਂ ਉਹਨਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਘਟਨਾਵਾਂ ਆਖਰਕਾਰ ਰੁਕ ਕਿਉਂ ਨਹੀਂ ਰਹੀਆਂ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਚਿੱਠੀ ਲਿਖੀ ਹੈ ਤੇ ਆਖਿਆ ਕਿ ਚੰਡੀਗੜ੍ਹ ਦੇ SSP ਦੇ ਅਹੁਦੇ ਤੋਂ ਪੰਜਾਬ ਕੈਡਰ ਦੇ IPS अधिकारी ਨੂੰ ਫਾਰਗ ਕਰਨਾ ਠੀਕ ਨਹੀਂ ਹੈ। ਉਹਨਾਂ ਨੇ ਇਸ ਤੇ ਰੋਸ਼ ਵੀ ਜ਼ਾਹਰ ਕੀਤਾ ਹੈ। ਰਾਜਪਾਲ ਨੂੰ ਲਿਖੇ ਪੱਤਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ SSP ਦੇ ਅਹੁਦੇ ਉੱਤੇ ਰਵਾਇਤੀ ਤੌਰ ਉੱਤੇ ਪੰਜਾਬ ਕੈਡਰ ਦਾ IPS ਅਧਿਕਾਰੀ ਹੀ ਹਮੇਸ਼ਾ ਤੈਨਾਤ ਹੁੰਦਾ ਆਇਆ ਹੈ। ਇਸੇ ਤਰ੍ਹਾਂ UT ਦਾ ਡਿਪਟੀ ਕਮਿਸ਼ਨਰ ਹਰਿਆਣਾ ਕੈਡਰ ਦਾ IAS ਅਧਿਕਾਰੀ ਨਿਯੁਕਤ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਪੰਜਾਬ ਕੈਡਰ ਦੇ ਸਾਲ 2009 ਦੇ IPS ਅਧਿਕਾਰੀ ਕੁਲਦੀਪ ਸਿੰਘ ਚਾਲ ਨੂੰ ਸਮੇਂ ਤੋਂ ਪਹਿਲਾਂ ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ। 4 ਸ਼ਾਰਪ ਸ਼ੂਟਰਾਂ ਨੂੰ ਪਿਸਤੌਲਾਂ ਦੇ ਸਮੇਤ ਕਾਬੂ ਕੀਤਾ ਗਿਆ ਹੈ। ਇਹ ਚਾਰੇ ਜਿਹੜੇ ਸ਼ਾਰਪ ਸ਼ੂਟਰ ਦੱਸੇ ਜਾਂਦੇ ਨੇ ਇਹ ਬਟਾਲਾ ਰੋਡ ਤੇ ਇੱਕ ਡਿਜ਼ਾਇਰ ਗੱਡੀ ਦੇ ਵਿੱਚ ਜਾ ਰਹੇ ਸਨ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ। ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤੇ ਇਹਨਾਂ ਚਾਰਾਂ ਦੇ ਕੋਲੋਂ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਨੇ ਤੇ ਦੱਸਿਆ ਜਾ ਰਿਹਾ ਕਿ ਇਹ ਚਾਰੇ ਜਿਹੜੇ ਸ਼ਾਰਪ ਸ਼ੂਟਰ ਨੇ ਇਹ ਅੱਤਵਾਦੀ ਲਖਬੀਰ ਲੰਡਾ ਦੇ ਨਾਲ ਸੰਬੰਧਿਤ ਨੇ। ਪੁਲਿਸ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਇਹਨਾਂ ਨੂੰ 2 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਗਿਆ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੇ ਵਿੱਚ ਇਹਨਾਂ ਚਾਰਾਂ ਸ਼ਾਰਪ ਸ਼ੂਟਰਾਂ ਕੋਲੋਂ
ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 4 ਪਿਸਟਲ ਬਰਾਮਦ ਹੋਏ ਨੇ, ਬਾਕੀ ਅਜੇ ਇਨਵੈਸਟੀਗੇਸ਼ਨ ਜਾਰੀ ਆ। ਉਹਦੇ ਤੋਂ ਬਾਅਦ 'ਚ ਹੀ ਪਤਾ ਲੱਗੂਗਾ ਇਹਨਾਂ ਦਾ ਕਿਹਦੇ ਨਾਲ ਲਿੰਕ ਹੈ। ਇਹਨਾਂ ਦੇ 2 ਦਾ ਨਾਂ ਗਰਲਾਲ ਆ, ਇੱਕ ਦਾ ਨਾਂ ਰਮਾਨਦੀਪ ਹੈ ਤੇ ਇੱਕ ਰਾਜਵੀਰ। ਇੱਧਰ ਭਿੱਖੀਵਿੰਡ ਸਾਈਡ ਤੇ ਹੀ ਆ। ਇਹ ਪਰ ਤੁਹਾਨੂੰ ਬਾਅਦ 'ਚ ਦੱਸਾਂਗੇ, ਉਹਦੇ ਪਤਾ ਲੱਗੂਗਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇ। 2 ਦਿਨ ਦਾ ਰਿਮਾਂਡ ਮਿਲੇ। ਇੱਥੋਂ ਕਿਤੇ ਆਪਣੇ ਸੰਦ ਸਿਟੀ ਤੱਕ ਉਹ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਹੈ, ਤੁਹਾਨੂੰ ਬਾਅਦ 'ਚ ਦੱਸ ਦਾਂਗੇ। ਸਰ ਇੱਕ ਮਿੰਟ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? 2 ਦਿਨ ਦਾ ਰਿਮਾਂਡ। ਸਰ ਇਹ ਕਿੱਥੋਂ ਫੜੇ ਗਏ ਜੀ ਇਹ? ਸੰਦ ਸਿਟੀ ਮੋੜ ਦੇ ਲਾਗੋਂ, ਉੱਥੇ ਨਾਖਾ ਵਾਲੇ ਬਾਗ ਲਾਗੋਂ ਨਾਕਾ ਲਾ। ਕਿੰਨੇ ਜਾਣੇ ਸੀ ਇਹ? 4 ਜਣੇ। ਕੀ ਇਹਨਾਂ ਕੋਲ ਬਰਾਮਦ ਹੋਈ? 4 ਪਿਸਟਲ ਬਰਾਮਦ। ਪੰਜਾਬ ਵਿੱਚੋਂ ਪ੍ਰਾਈਵੇਟ ਬੱਸ ਮਾਫੀਆ ਨੂੰ ਜੜੋਂ ਖਤਮ ਕਰਨ ਦੇ ਵਾਅਦੇ ਦੇ ਨਾਲ ਸੱਤਾ ਦੀ ਕਮਾਨ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਇੰਟਰ ਸਟੇਟ ਰੂਟਾਂ ਤੇ ਬਾਦਲ ਪਰਿਵਾਰ ਅਤੇ ਵੱਡੇ ਬੱਸ ਆਪਰੇਟਰਾਂ ਦੀਆਂ ਪ੍ਰਾਈਵੇਟ ਬੱਸਾਂ ਦਾ ਏਕਾਧਿਕਾਰ ਖਤਮ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਾਦਲ ਪਰਿਵਾਰ ਨੇ 2007 ਤੋਂ 2017 ਤੱਕ ਆਪਣੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਆਪਣੇ ਨਿੱਜੀ ਕਾਰੋਬਾਰ ਨੂੰ ਚਲਾਉਣ ਦੀ ਇੱਕ ਨੀਤੀ ਜਿਹੜੀ ਘੜੀ ਸੀ ਤੇ ਇਸੇ ਤਹਿਤ ਕੁਝ ਸਕੀਮਾਂ ਬਣਾਈਆਂ ਸਨ, ਜਿਸ ਵਿੱਚ ਉਹਨਾਂ ਤੋਂ ਬਾਅਦ ਦੀ ਕਾਂਗਰਸ ਸਰਕਾਰ ਨੇ ਵੀ ਬਾਦਲਾਂ ਦੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਚਲਾਉਣ 'ਚ ਮਦਦ ਕੀਤੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਗਲਤ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਹਾਲਤ ਨੂੰ ਸੁਧਾਰ ਵਾਸਤੇ ਵੀ ਵੱਡੇ ਫੈਸਲੇ ਕੀਤੇ ਗਏ ਨੇ। ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਸਤੇ ਮਿਸ਼ਨ 100% ਮੁਹਿੰਮ ਨੂੰ ਕਾਮਯਾਬ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਇਹਨਾਂ ਉਪਰਾਲਿਆਂ ਤਹਿਤ ਹੀ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਫੈਸਲਾ ਲਿਆ ਤੇ ਇਹ ਆਖਿਆ ਕਿ ਫੀਲਡ ਵਿੱਚ ਕੰਮ ਕਰ ਰਹੇ ਸਾਇੰਸ, ਮੈਥਮੈਟਿਕਸ ਅਤੇ ਅੰਗਰੇਜ਼ੀ ਦੇ ਨਾਲ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਦੇ 749 ਬਲਾਕ ਅਤੇ ਜ਼ਿਲ੍ਹਾ ਮੈਟਰਾਂ ਨੂੰ ਤੁਰੰਤ ਲੋੜਵੰਦ ਸਕੂਲਾਂ ਵਿੱਚ ਤੈਨਾਤ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਜਾਂਦੇ ਹਨ ਤੇ ਇਹ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਵਰਤਮਾਨ ਸਮੇਂ ਇਹਨਾਂ ਵਿਸ਼ਿਆਂ ਦੇ 680 ਟੀਚਰ ਬਤੌਰ ਬਲਾਕ ਮੈਂਟਰ ਅਤੇ 69 ਅਧਿਆਪਕ ਬਤੌਰ ਜ਼ਿਲ੍ਹਾ ਮੈਂਟਰ ਸਕੂਲਾਂ ਵਿੱਚ ਪੜਾਉਣ ਦੀ ਥਾਂ ਤੇ ਫੀਲਡ ਵਿੱਚ ਡਿਊਟੀ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਸ਼ਨ 100% ਮੁਹਿੰਮ ਦਾ ਮਕਸਦ ਫਰਜ਼ੀ ਆંકੜੇ ਪੇਸ਼ ਕਰਕੇ ਵਾਹ ਖੱਟਣਾ ਨਹੀਂ, ਸਗੋਂ ਸਿੱਖਿਆ ਦੀ ਕੁਆਲਿਟੀ ਨੂੰ ਸੁਧਾਰ ਕੇ ਹਰ ਵਿਦਿਆਰਥੀ ਦੀ ਜਿਹੜੀ ਹੈ ਸਿੱਖਿਆ ਦੇ ਵਿੱਚ ਵਾਧਾ ਕਰਨਾ ਹੀ ਸਰਕਾਰ ਦੀ ਵੱਡੀ ਪ੍ਰਾਥਮਿਕਤਾ ਰਹੂਗੀ। ਉਹਨਾਂ ਨੇ ਵੀ ਆਖਿਆ ਕਿ ਉਹਨਾਂ ਨੂੰ ਕੁਝ ਜ਼ਿਲ੍ਹਿਆਂ ਤੋਂ ਇਹ ਰਿਪੋਰਟਾਂ ਮਿਲਦੀਆਂ ਸਨ ਕਿ ਇਹ ਤੈਨਾਤੀਆਂ ਕਰਨ ਸਮੇਂ ਵਿਭਾਗੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ, ਜਿਸ ਬਾਰੇ ਸਪਸ਼ਟ ਹਦਾਇਤਾਂ ਹਨ ਕਿ ਮਿਡਲ ਸਕੂਲਾਂ ਵਿੱਚ ਕੋਈ ਵੀ ਮੈਂਟਰ ਤੈਨਾਤ ਨਹੀਂ ਕੀਤਾ ਜਾਵੇ, ਪਰ ਸਿੰਗਲ ਟੀਚਰ ਮਿਡਲ ਸਕੂਲ ਵਿੱਚ ਸਿਰਫ ਇੱਕ ਮੈਂਟਰ ਤੈਨਾਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਇਹ ਤੈਨਾਤੀਆਂ ਕਰਦੇ ਸਮੇਂ ਸਭ ਤੋਂ ਪਹਿਲਾਂ ਦੂਰ ਅਤੇ ਪਿਛੜੇ ਖੇਤਰਾਂ ਦੇ ਸਕੂਲਾਂ ਨੂੰ ਵੀ ਕਵਰ ਕੀਤਾ ਜਾਵੇ ਅਤੇ ਅਧਿਆਪਕਾਂ ਦੀ ਵੱਡੀ ਘਾਟ ਹੈ ਤੇ ਫਿਰ 50% ਸਟਾਫ ਵਾਲੇ ਸਕੂਲਾਂ ਵਿੱਚ ਜਿੱਥੇ ਕਿਸੇ ਵਿਸ਼ੇ ਦੇ ਅਧਿਆਪਕ ਦੀ ਸਖਤ ਜ਼ਰੂਰਤ ਹੈ ਇਸ ਨੂੰ ਕਵਰ ਕੀਤਾ ਜਾਵੇ ਅਤੇ ਅਖੀਰ ਵਿੱਚ ਉਹਨਾਂ ਸਕੂਲਾਂ ਵਿੱਚ ਮੈਂਟਰਾਂ ਨੂੰ ਵੀ ਤੈਨਾਤ ਕੀਤਾ ਜਾਵੇ ਜਿੱਥੇ ਸੰਬੰਧਿਤ ਵਿਸ਼ੇ ਦਾ ਕੋਈ ਵੀ ਅਧਿਆਪਕ ਮੌਜੂਦ ਨਹੀਂ ਹੈ। ਸਿੱਖਿਆ ਮੰਤਰੀ ਨੇ ਇਹ ਵੀ ਆਖਿਆ ਕਿ ਕਿਸੇ ਵੀ ਅਧਿਆਪਕ ਨਾਲ ਪੱਖਪਾਤ ਜਾਂ ਲਿਹਾਜ਼ ਪਗਾਉਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਵੱਡੇ ਸਕੂਲ ਜਿੱਥੇ ਇੱਕਾ ਦੁੱਕਾ ਪੋਸਟ ਖਾਲੀ ਹਨ, ਸ਼ਹਿਰੀ ਖੇਤਰਾਂ ਜਾਂ ਸ਼ਹਿਰਾਂ ਦੇ ਨੇੜਲੇ ਸਕੂਲਾਂ ਵਿੱਚ ਇਹ ਤੈਨਾਤੀਆਂ ਬਿਲਕੁਲ ਨਾ ਕੀਤੀਆਂ ਜਾਣ। ਕੈਬਨਿਟ ਮੰਤਰੀ ਮੀਤ ਹੇਰ ਨੇ ਅੱਜ ਅੰਮ੍ਰਿਤਸਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਪੋਲਿਊਸ਼ਨ ਕੰਟਰੋਲ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ ਕਿ ਚੀਨ ਦੀ ਡੋਰ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਹਰ ਦਿਨ ਘਟਨਾਵਾਂ ਐਸੀਆਂ ਹੁੰਦੀਆਂ ਨੇ ਕਿ ਚੀਨ ਦੀ ਡੋਰ ਨਾਲ ਜਾਂ ਤੇ ਕੋਈ ਪੰਛੀ ਘਾਇਲ ਹੋ ਜਾਂਦਾ ਹੈ ਜਾਂ ਫਿਰ ਕੋਈ ਬੰਦਾ ਜ਼ਖਮੀ ਹੋ ਜਾਂਦਾ ਹੈ। ਉਹਨਾਂ ਨੇ ਉਸ ਬੱਚੇ ਦਾ ਵੀ ਜ਼ਿਕਰ ਕੀਤਾ ਕੁਝ ਦਿਨ ਪਹਿਲੇ ਜਿਸ ਦੀ ਚੀਨ ਦੀ ਡੋਰ ਦੇ ਨਾਲ ਮੌਤ ਹੋ ਗਈ ਸੀ। ਉਹਨਾਂ ਨੇ ਆਖਿਆ ਕਿ ਇਹਨੂੰ ਬੰਦ ਕਰਾਉਣ ਵਾਸਤੇ ਸਖਤੀ ਕਰਨੀ ਪਊਗੀ ਤੇ ਸਾਰੇ ਅਧਿਕਾਰੀਆਂ ਨੂੰ ਉਹਨਾਂ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਵੀ ਜਿਹੜੇ ਲੋਕ ਚੀਨ ਦੀ ਡੋਰ ਵੇਚਦੇ ਨੇ ਜਾਂ ਫਿਰ ਚੀਨ ਦੀ ਡੋਰ ਨਾਲ ਜਿਹੜੇ ਵੀ ਲੋਕ ਗੁੱਡੀ ਉਡਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰ ਇਹ ਵੇਖਣਾ ਹੋਊਗਾ ਕਿ ਮੀਤ ਹੇਰ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਦੇ ਆਦੇਸ਼ ਲਾਗੂ ਹੁੰਦੇ ਨੇ ਜਾਂ ਨਹੀਂ, ਕਿਉਂਕਿ ਐਸਾ ਦਿਨ ਕੋਈ ਖਾਲੀ ਨਹੀਂ ਜਾਂਦਾ ਜਿਸ ਦਿਨ ਚੀਨ ਦੀ ਡੋਰ ਨਾਲ ਕੋਈ ਨਾ ਕੋਈ ਆਦਮੀ ਜ਼ਖਮੀ ਨਹੀਂ ਹੁੰਦਾ।
ਇਕੱਲੇ ਰੋਪੜ 'ਚ ਨਹੀਂ, ਅੰਮ੍ਰਿਤਸਰ 'ਚ ਵੀ ਮੈਨੂੰ ਲੱਗਦਾ ਬੜੇ ਇਦਾਂ ਦੇ ਯਾਰ ਲੋਕੋ ਥੱਲੇ ਕਰ ਯਾਰ। ਸਾਰੇ ਪੰਜਾਬ 'ਚ ਸਾਰੇ ਦੇਸ਼ 'ਚ ਜਿਹੜੇ ਇਦਾਂ ਦੇ ਜਿਹੜੇ ਇੰਸੀਡੈਂਟ ਹੁੰਦੇ ਆ, ਮਤਲਬ ਕਿ ਤੁਸੀਂ ਮੈਂ ਉਦੋਂ ਵੀ ਅਸੀਂ ਅਪੀਲ ਕੀਤੀ ਸੀ, ਬੱਚਿਆਂ ਨੂੰ ਵੀ ਇਸ ਅੱਜ ਵੀ ਅਪੀਲ ਕਰਦੇ ਆ ਕਿ ਤੁਸੀਂ ਦੇਖੋ ਵੀ ਕਿੰਨੇ ਕਈ ਬੱਚਿਆਂ ਦੇ ਪੇਰੈਂਟਸ ਮਤਲਬ ਕਿ ਚਾਈਨਾ ਡੋਰ ਕਰਕੇ ਚਲੇ ਜਾਂਦੇ ਦੁਨੀਆ ਤੋਂ, ਕਈਆਂ ਦੇ ਬੱਚੇ ਚਲੇ ਜਾਂਦੇ ਆ। ਸੋ ਅਸੀਂ ਬੱਚਿਆਂ ਨੂੰ ਵੀ ਜਿੱਥੇ ਪਹਿਲਾਂ ਵੀ ਅਪੀਲ ਕੀਤੀ ਸੀ ਅੱਜ ਵੀ ਕਰਦੇ ਆ, ਉੱਥੇ ਸਖਤੀ ਨਾਲ ਜਿਹੜੇ ਵੀ ਲੋਕ, ਕਿਉਂਕਿ ਅਸੀਂ ਪਹਿਲਾਂ ਇਹ ਕਿਹਾ ਸੀ ਕਿ ਜੋ ਵੀ ਚਾਈਨਾ ਡੋਰ ਪੰਜਾਬ ਸਰਕਾਰ ਵੱਲੋਂ ਪੂਰੇ ਤੌਰ ਤੇ ਬੈਨ ਹੈ, ਜਿਹੜਾ ਵੀ ਇਸ ਦੀ ਵਿਕਰੀ ਕਰੂਗਾ ਵੇਚੂਗਾ ਉਹਦੇ ਸਖਤ ਕਾਰਵਾਈ ਹੋਊਗੀ। ਸੋ ਹੁਣ ਸਾਰੇ ਸਾਡੇ ਡਿਪਾਰਟਮੈਂਟਸ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਲੋਹੜੀ ਤੇ ਅੰਮ੍ਰਿਤਸਰ 'ਚ ਜਿਹੜੇ ਪਤੰਗੜੇ ਉਡਾਏ ਜਾਂਦੇ ਆ, ਅਸੀਂ ਚਾਹੁੰਦੇ ਹਾਂ ਕਿ ਲੋਕ ਪਤੰਗ ਉਡਾਉਣ, ਕਿਉਂਕਿ ਪਰੰਪਰਾ ਚਿਰਾਂ ਤੋਂ ਚਲੋ ਲੋਕ ਸੈਲੀਬ੍ਰੇਟ ਕਰਦੇ ਆ ਲੋਹੜੀ ਨੂੰ, ਪਰ ਉਹ ਜਿਹੜੀ ਦੂਸਰੀ ਜਿਹੜਾ ਧਾਗਾ ਆਉਂਦਾ, ਥਰੈਡ ਆਉਂਦਾ, ਜਿਹਦੇ ਨਾਲ ਪਹਿਲਾਂ ਉਡਾਉਂਦੇ ਆਉਂਦੇ ਆ, ਅਸੀਂ ਵੀ ਉਡਾਉਂਦੇ ਰਹੇ, ਉਹਦੇ ਨਾਲ ਉਡਾਉਣ। ਪਰ ਜਿਹੜੀ ਜਾਨਲੇਵਾ ਚਾਈਨਾ ਡੋਰ ਆ ਉਹਦਾ ਬਾਈਕਾਟ ਅਸੀਂ ਇਹਨੂੰ ਲੋਕਾਂ ਦੀ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਵੀ ਕਰਾਂਗੇ, ਬੱਚਿਆਂ ਨੂੰ ਵੀ ਅਵੇਅਰ ਕਰਾਂਗੇ, ਲੋਕਾਂ ਨੂੰ ਵੀ ਅਵੇਅਰ ਕਰਾਂਗੇ। ਪਰ ਜਿਹੜੇ ਕੋਈ ਹਜੇ ਵੀ ਵਿਕਰੀ ਨਹੀਂ ਬੰਦ ਕਰਨਗੇ ਤਾਂ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਪਰਚੇ ਵੀ ਦਰਜ ਹੋਣਗੇ ਤੇ ਡੋਰ ਵੀ ਜਿਹੜੀ ਜ਼ਬਤ ਕਰਕੇ ਉਹ ਡਿਸਟਰੋਇਰ ਜਿਹੜੀ ਉਹ ਕੀਤੀ ਜਾਊਗੀ। ਸਾਬਕਾ ਕੈਬਨਿਟ ਮਿਨਿਸਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਏ, ਪਰ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਆਰੋਪ ਲਗਾਇਆ ਸੀ ਕਿ ਡਰੱਗ ਮਾਫੀਆ ਨਾਲ ਬਿਕਰਮ ਮਜੀਠੀਆ ਦੇ ਸੰਬੰਧ ਨੇ, ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ, ਉਹ ਅੱਜ ਫੇਰ ਕੋਰਟ ਦੇ ਵਿੱਚ ਨਹੀਂ ਆਏ। ਇਸ ਦੇ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਸੰਜੇ ਸਿੰਘ ਨੂੰ ਆੜੇ ਹੱਥੀ ਲਿਆ ਤੇ ਇਹ ਆਖਿਆ ਕਿ ਤੁਹਾਡੇ ਆਕਾ ਕੇਜਰੀਵਾਲ ਪਹਿਲਾਂ ਹੀ ਮੇਰੇ ਕੋਲੋਂ ਹੱਥ ਜੋੜ ਕੇ ਮਾਫੀ ਮੰਗ ਚੁੱਕੇ ਨੇ, ਇਸ ਕਰਕੇ ਹੁਣ ਤੁਸੀਂ ਭੱਜੋ ਨਾ, ਇਹ ਗੱਲ ਨੂੰ ਇੱਥੇ ਮੁਕਾਣਾ ਹੈ। ਉਹਨਾਂ ਨੇ ਪ੍ਰਦੇਸ਼ ਦੇ ਵਿੱਚ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੀ ਮਾਨ ਸਰਕਾਰ ਨੂੰ ਘੇਰਿਆ। ਦੇਖੋ, ਮੈਂ ਤਾਂ ਚਾਹੁੰਦਾ ਕਿ ਸੰਜੇ ਸਿੰਘ ਇੱਥੇ ਡੇਲੀ ਹੀਅਰਿੰਗ ਹੋਵੇ ਤੇ ਇਸ ਕੇਸ ਦਾ ਨਿਪਟਾਰਾ ਹੋ ਜਾਏ। ਵੈਸੇ ਤਾਂ ਨਿਪਟਾਰਾ ਇਸ ਤਰੀਕੇ ਨਾਲ ਹੋ ਹੀ ਗਿਆ ਕਿ ਜਿਹੜੇ ਇਹਨਾਂ ਦੇ ਆਕਾ ਨੇ, ਜਿਹੜੇ ਇਹਨਾਂ ਦੇ ਮਾਈ ਬਾਪ ਨੇ, ਅਰਵਿੰਦ ਕੇਜਰੀਵਾਲ, ਜਿਨ੍ਹਾਂ ਦੇ ਇਸ਼ਾਰੇ ਤੇ, ਜਿਨ੍ਹਾਂ ਦੇ ਰਹਿਮੋ ਕਰਮ ਤੇ ਸੰਜੇ ਸਿੰਘ ਦੀ ਸਾਰੀ ਸਿਆਸਤ ਟਿਕੀ ਆ, ਉਹਨਾਂ ਦੀ ਹੋਂਦ ਟਿਕੀ ਆ, ਉਹਨਾਂ ਦੀ ਪਹਿਚਾਣ ਟਿਕੀ ਆ। ਉਹਨਾਂ ਨੇ ਤਾਂ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਤੇ ਬੜੇ ਸਤਿਕਾਰ ਨਾਲ ਦਾਸ ਕੋਲੋਂ ਮਾਫੀ ਮੰਗ ਲਈ ਔਰ ਆਪ ਦੀ ਗਲਤੀ ਦਾ ਅਹਿਸਾਸ ਵੀ ਕਰ ਲਿਆ। ਇਸ ਲਈ ਭਾਵੇਂ ਮੈਂ ਵੀ ਸਮਝਦਾ ਕਿ ਜਦੋਂ ਕੇਜਰੀਵਾਲ ਹੀ ਆਪ ਦੀ ਗਲਤੀ ਦਾ ਅਹਿਸਾਸ ਕਰ ਗਿਆ ਤੇ ਉਹ ਇਹਨਾਂ ਦਾ ਕਰਤਾ ਧਰਤਾ ਹੈ, ਮੈਂ ਤਾਂ ਸੰਜੇ ਸਿੰਘ ਨੂੰ ਵੀ ਕਹੂੰਗਾ ਕਿ ਭਾਈ ਕਾਹਦੇ ਲਈ ਭੱਜਿਆ ਫਿਰਦਾ, ਆ ਜਾ ਇੱਥੇ ਆਪਾਂ ਮਹੀਨਾ ਲਾ ਦਈਏ ਤੇ ਕੰਮ ਦਾ ਨਿਪਟਾਰਾ ਕਰ ਦਈਏ। ਕਿਉਂਕਿ ਕਬ ਤੱਕ ਭਾਗੇਗਾ, ਨਹੀਂ ਤਾਂ ਲੋਕ ਕਹਿਣਗੇ ਭਾਗ ਸੰਜੇ ਭਾਗ, ਫਿਰ ਉਹ ਕੰਮ ਹੋ ਜਾਵੇ। ਮੈਂ ਤੁਹਾਨੂੰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਕਿਹਾ, ਤੁਸੀਂ ਵੀ ਆਪਦੀ ਜਾਨ ਮਾਲ ਦੀ ਰੱਖਿਆ ਕਰ ਲਓ। ਜੋ ਹਾਲਾਤ ਬਣੇ ਪਏ, ਲਾਅ ਐਂਡ ਆਰਡਰ ਦਾ ਟੋਟਲ ਕੋਲੈਪਸ ਔਰ ਫੇਲੀਅਰ ਹੈ ਔਰ ਇਹਦੇ ਲਈ ਭਗਵੰਤ ਮਾਨ ਹੀ ਜ਼ਿੰਮੇਵਾਰ ਹੈ, ਹੋਰ ਕੋਈ ਜ਼ਿੰਮੇਵਾਰ ਨਹੀਂ। ਜਾਂ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੈ ਤੇ ਜਾਂ ਜ਼ਿੰਮੇਵਾਰੀ ਕੇਜਰੀਵਾਲ ਸਾਹਿਬ ਦੀ ਹੈ, ਜਿਨ੍ਹਾਂ ਨੇ ਇਹ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ, ਜਿਹਨੇ ਸਵਾਏ ਬ੍ਰੇਕ ਡਾਂਸ ਤੋਂ ਜਾਂ ਗੁਜਰਾਤ ਨਚਾ ਲਓ ਜਾ ਕੇ ਜਾਂ ਹਿਮਾਚਲ ਨਚਾ ਲਓ, ਉਸ ਤੋਂ ਸਵਾਏ ਕੁਛ ਨਹੀਂ ਕੀਤਾ। ਦੇਖੋ 6 ਮਹੀਨੇ ਦੇ ਅੰਦਰ ਅੰਦਰ 2 RPG ਅਟੈਕ ਹੋ ਜਾਣੇ ਔਰ ਉਸ ਗੱਲ ਦੇ ਬਾਅਦ ਅਟੈਕ ਹੋ ਜਾਣੇ ਜਦੋਂ ਕਿਹਾ ਗਿਆ ਹੋਵੇ, ਬਾਹਰ ਨੋਟਿਸ ਲਾਇਆ ਗਿਆ ਹੋਵੇ ਕਿ ਯੂ ਹੈਵ ਸੁਰੱਖਿਆ ਖਤਰੇ 'ਚ ਹੈ, ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਇੰਟੈਲੀਜੈਂਸ ਇਨਪੁਟ ਹੋਵੇ, ਇੰਟੈਲੀਜੈਂਸ ਇਨਪੁਟ ਦੇ ਬਾਅਦ RPG ਅਟੈਕ ਹੋ ਜੇ। RPG ਆਇਆ ਕਿੱਥੋਂ? RPG ਆ ਕਿੱਥੋਂ ਰਹੇ ਨੇ? ਮਤਲਬ ਇਹਨੇ ਤਾਂ ਟੈਰਰਿਜ਼ਮ ਵੇਲੇ 80 ਤੇ 90 ਦੇ ਦਹਾਕੇ 'ਚ ਇਹਨੇ RPG ਅਟੈਕ ਨਹੀਂ ਹੋ ਰਹੇ ਸੀ ਜਿੰਨੇ ਹੁਣ ਹੋਣ ਲੱਗ ਪਏ। ਸੋ ਟੋਟਲ ਕੋਲੈਪਸ ਆਫ ਲਾਅ ਐਂਡ ਆਰਡਰ ਹੈ। ਉਹ ਟਿੰਮੀ ਚਾਵਲਾ ਜਿਹੜਾ ਕੇਸ ਹੈ ਨਕੋਦਰ ਵਾਲਾ, ਉਹਨੇ ਆਪ ਲਿਖ ਕੇ ਦਿੱਤਾ ਕਿ ਮੇਰੇ ਤੋਂ ਫਰੌਤੀ ਮੰਗ ਰਹੇ, ਉਹ ਵੀ ਮਾਰਤਾ, ਉਹਦਾ ਗਨਮੈਨ ਨੂੰ ਵੀ ਸ਼ਹੀਦ ਕਰਤਾ। ਇਹ ਮਾਹੌਲ 'ਚ ਨਾ ਇਨਵੈਸਟਮੈਂਟ ਆ ਰਹੀ ਹੈ, ਨਾ ਲੋਕ ਮਹਿਫੂਜ਼ ਸਮਝ ਰਹੇ ਆ ਔਰ ਸਰਕਾਰ ਦੀ ਟੋਟਲ ਕੋਲੈਪਸ ਹੈ, ਫੇਲੀਅਰ ਹੈ। ਇਹਦੇ 'ਚ ਲਾਅ ਐਂਡ ਆਰਡਰ ਹੀ ਸ਼ੁੱਡ ਰਿਜ਼ਾਈਨ। ਹਰਿਆਣਾ ਦੇ ਫਰੀਦਾਬਾਦ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਪੁਲਿਸ ਵਾਲੇ ਨੇ ਇੱਕ ਕਿਸਾਨ ਕੋਲੋਂ 4000 ਰੁਪਏ ਰਿਸ਼ਵਤ ਲਈ, ਪਰ ਜਦੋਂ ਵਿਜੀਲੈਂਸ ਨੇ ਉਹਨੂੰ ਫੜਿਆ ਤੇ ਉਹ ਪੈਸੇ ਖਾ ਗਿਆ। ਪਰ ਵਿਜੀਲੈਂਸ ਨੇ ਇਹ ਪੈਸੇ ਕਢਾ ਲਏ। ਤੁਹਾਨੂੰ ਦੱਸ ਦਈਏ
ਸ਼ਿਕਾਇਤ ਕਰਨ ਵਾਲੇ ਸ਼ੰਭੂ ਨਾਥ ਨੇ ਇਹ ਦੱਸਿਆ ਕਿ ਉਹਦੇ ਘਰੋਂ ਕੁਝ ਲੋਕ ਇੱਕ ਦਿਨ ਪਹਿਲਾਂ ਮੱਝ ਚੋਰੀ ਕਰਕੇ ਲੈ ਗਏ ਸਨ ਤੇ ਉਹਦੇ ਨਾਲ ਜਿਹੜੀ ਕੁੱਟਮਾਰ ਵੀ ਕੀਤੀ ਗਈ ਸੀ। ਸ਼ੰਭੂ ਨਾਥ ਨੇ ਇਹਦੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਤੇ ਦੱਸਿਆ ਕਿ ਉੱਥੋਂ ਦਾ ਸਬ ਇੰਸਪੈਕਟਰ ਉਹਦੇ ਕੋਲੋਂ 15,000 ਰੁਪਇਆ ਮੰਗਦਾ ਹੈ ਤੇ ਇਸ ਤੋਂ ਪਹਿਲਾਂ ਉਹ 4,000 ਇੱਕ ਵਾਰੀ 2,000 ਇੱਕ ਵਾਰੀ ਰਿਸ਼ਵਤ ਦੇ ਚੁੱਕਾ ਹੈ ਤੇ ਹੁਣ ਜਦੋਂ ਉਹਨੇ 4,000 ਰੁਪਇਆ ਰਿਸ਼ਵਤ ਹੋਰ ਦਿੱਤੀ ਤੇ ਇਸ ਦੀ ਸ਼ਿਕਾਇਤ ਦੇ ਨਾਲ ਵਿਜੀਲੈਂਸ ਨੂੰ ਵੀ ਕਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਰਿਸ਼ਵਤ ਲੈਣ ਦਾ ਮਾਮਲਾ ਇਹ ਕੋਈ ਨਵਾਂ ਨਹੀਂ ਹੈ। ਇਹ ਉਹ ਮੁਲਕ ਹੈ ਜਿੱਥੇ ਪੁਲਿਸ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਵੀ ਰਿਸ਼ਵਤ ਲੈ ਲੈਂਦੀ ਹੈ। और भैंस रात को खोल करके ले गए थे आपकी? हाँ हाँ हमारे, और उसको घर में घुस करके मारे भी पीटे पोते को भी मारे। और उसके बाद उसका बाप हमसे बात करने लगा तो हाँ वो उसका लड़का खोल करके भैंस ले गए 4-5 आदमी। फिर पुलिस में गए तो बोले कि वो ये तो पैसा दो तब भैंस खुलवाएंगे। फिर भैंस का 15,000 रुपया मांगने लगा तो 4,000 एक बार दिए, फिर 2,000 एक बार दिए, फिर 4,000 आज दिए हैं। तो ये पकड़ में आया। कौन है, क्या नाम? ये महेंद्र करके है। सब इंस्पेक्टर है? हाँ सब इंस्पेक्टर सेक्टर 3 चौकी से। सेक्टर 3 चौकी। हाँ जी, मतलब कार्रवाई नहीं कर रहे थे आप? कार्रवाई नहीं किए थे। अच्छा, कौन लोग थे जो भैंस खोल के ले गए थे आपके? वो ठाकुर करके है, देशराज उसका लड़का है। देशराज ही खोल करके ले गया था। बिजली विभाग में ठेके का काम करता है वो। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਪੀਜੀਆਈ ਦੇ ਚੰਡੀਗੜ੍ਹ ਦੇ ਪੀਜੀਆਈ ਵਿਖੇ ਆਖਰੀ ਸਾਹ ਲਿਆ। ਉਹਨਾਂ ਦੀ ਉਮਰ ਕਰੀਬ 85 ਸਾਲ ਸੀ। ਇਸ ਤੋਂ ਬਾਅਦ ਕਈ ਵੱਡੇ ਲੀਡਰਾਂ ਨੇ ਉਹਨਾਂ ਦੀ ਮੌਤ ਤੇ ਸ਼ੋਕ ਵਿਅਕਤ ਕੀਤਾ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਵੀ ਕਈ ਵੱਡੇ ਲੀਡਰ ਸ਼ਾਮਲ ਨੇ। ਲੁਧਿਆਣਾ ਪੁਲਿਸ ਨੇ ਮੋਬਾਈਲ ਦੀਆਂ ਲੁੱਟਾਂ ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 50 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਲੁਧਿਆਣਾ ਦੇ ਵਿੱਚ ਮੋਬਾਈਲ ਖੋਹਣ ਵਾਲਿਆਂ ਦੀ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ। ਇਸ ਦੇ ਮੱਦੇਨਜ਼ਰ ਹੀ ਲੁਧਿਆਣਾ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 50 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਰਿਤਿਕ ਨਾਂ ਦਾ ਮੁਲਜ਼ਮ, ਜੋ ਕਿ 5 ਨਵੰਬਰ ਨੂੰ ਹੀ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਉਸਨੇ ਆਪਣੇ ਇੱਕ ਹੋਰ ਸਾਥੀ ਜਸਵਿੰਦਰ ਦੇ ਨਾਲ ਮਿਲ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ, ਇਹ ਪਹਿਲੀ ਘਟਨਾ ਨਹੀਂ ਹੈ ਕਿ ਜੇਲ੍ਹ 'ਚੋਂ ਆ ਕੇ ਕਿਸੇ ਅਪਰਾਧੀ ਨੇ ਫਿਰ ਦੁਬਾਰਾ ਅਪਰਾਧ ਵੱਲ ਰੁਖ ਕੀਤਾ ਹੋਵੇ। ਹਮੇਸ਼ਾ ਹੀ ਸਾਹਮਣੇ ਆਇਆ ਕਿ ਜਦੋਂ ਵੀ ਕੋਈ ਅਪਰਾਧੀ ਜੇਲ੍ਹ ਤੋਂ ਛੁੱਟਦਾ ਹੈ ਜਾਂ ਜ਼ਮਾਨਤ ਤੇ ਬਾਹਰ ਆਉਂਦਾ ਹੈ ਤੇ ਉਹ ਫਿਰ ਉਹੀ ਕੰਮ ਕਰਨ ਲੱਗ ਪੈਂਦਾ ਹੈ। ਅੰਮ੍ਰਿਤਸਰ ਪੁਲਿਸ ਨੇ ਦਿੱਲੀ ਹਾਈ ਕੋਰਟ ਦਾ ਜੱਜ ਬਣ ਕੇ ਫਿਰਨ ਵਾਲੇ ਇੱਕ ਨਕਲੀ ਜੱਜ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਉਦੋਂ ਫੜਿਆ ਗਿਆ ਜਦੋਂ ਇਹ ਨਕਲੀ ਜੱਜ ਏਸੀਪੀ ਨਾਰਥ ਵਰਿੰਦਰ ਖੋਸਾ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਏ। ਤੁਹਾਨੂੰ ਦੱਸ ਦਈਏ, ਮਜੀਠਾ ਰੋਡ ਦੇ ਸ਼ਾਸਤਰੀ ਨਗਰ ਦਾ ਰਹਿਣ ਵਾਲਾ ਇਹ ਮਿਸ਼ੂ ਧੀਰ ਹੈ ਕਿ ਜਿਹੜਾ ਕਿ ਆਪਣੀ ਗੱਡੀ ਦੇ ਅੱਗੇ ਮੈਜਿਸਟ੍ਰੇਟ ਦੀ ਨੇਮ ਪਲੇਟ ਲਾ ਕੇ ਘੁੰਮਦਾ ਸੀ ਤੇ ਆਪਣੇ ਆਪ ਨੂੰ ਇਹ ਕਹਿੰਦਾ ਸੀ ਮੈਂ ਹਾਈ ਕੋਰਟ ਦਾ ਜੱਜ ਹਾਂ। ਜਦੋਂ ਏਸੀਪੀ ਵਰਿੰਦਰ ਖੋਸਾ ਨੂੰ ਫੋਨ ਕਰਦਾ ਹੈ ਤੇ ਉਹਨਾਂ ਨੂੰ ਸ਼ੱਕ ਹੁੰਦਾ ਹੈ, ਜਿਸ ਤੋਂ ਬਾਅਦ ਉਹਨੂੰ ਫੜ ਲਿੱਤਾ ਜਾਂਦਾ ਹੈ। ਅੱਜ ਇਸ ਹਾਈ ਕੋਰਟ ਦੇ ਨਕਲੀ ਜੱਜ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉੱਥੇ ਪੁਲਿਸ ਨੇ 2 ਦਿਨਾਂ ਦਾ ਰਿਮਾਂਡ ਅਦਾਲਤ ਨੇ ਪੁਲਿਸ ਨੂੰ ਦੇ ਦਿੱਤਾ ਤਾਂ ਕਿ ਇਹ ਪਤਾ ਲੱਗ ਸਕੇ ਇਹ ਕਦੋਂ ਤੋਂ ਇਹ ਜੱਜ ਬਣ ਕੇ ਘੁੰਮ ਰਿਹਾ ਤੇ ਇਹਨੇ ਹੋਰ ਕਿੱਥੇ ਗਲਤ ਕੰਮ ਤੇ ਨਹੀਂ ਕੀਤੇ ਜਾਂ ਕਿਤੇ ਠੱਗੀ ਤੇ ਨਹੀਂ ਮਾਰੀ। ਇਹ ਸਾਨੂੰ ਖੁਫੀਆ ਮੁਖਬਰੀ ਮਿਲੀ ਕਿ ਇੱਕ ਵਿਸ਼ੂ ਨਾਮ ਦਾ ਜਿਹੜਾ ਉਹ ਹਾਈ ਕੋਰਟ ਦਾ ਜੱਜ ਬਣ ਕੇ ਰਹਿ ਰਿਹਾ ਤੇ ਜੇ ਹੁਣੇ ਰੇਡ ਕੀਤਾ ਜਾਵੇ ਤੇ ਉਹਨੇ ਆਪਣੀ ਗੱਡੀ ਤੇ ਨੀਲੀ ਲਾਈਟ ਤੇ ਅਗਲੇ ਪਾਸੇ ਝੰਡੀ ਲਾਈ ਹੈ ਤੇ ਉਹ ਡੁਪਲੀਕੇਟ ਆ, ਉਹ ਅਸਲ ਜੱਜ ਨਹੀਂ ਹੈਗਾ। ਅਸੀਂ ਜਾ ਕੇ ਉੱਥੇ ਇਹਦੇ ਕੋਲ ਡਾਕੂਮੈਂਟ ਮੰਗੇ, ਇਹਦੇ ਕੋਲ ਕੋਈ ਡਾਕੂਮੈਂਟ ਨਹੀਂ ਮਿਲਿਆ। ਇਹ ਕੋਈ ਵੀ ਆਪਣਾ ਸਬੂਤ ਪੇਸ਼ ਨਹੀਂ ਕਰ ਸਕਿਆ, ਜਿਸ ਤੇ ਇਹਨੂੰ ਅਸੀਂ ਗ੍ਰਿਫਤਾਰ ਕਰਕੇ ਇਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਇਹ ਡਿਮਾਂਡ ਕਰਦਾ ਵੀ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜੀ। ਮੈਨੂੰ ਜਿੰਨਾ ਚਿਰ ਮੈਂ ਘਰ ਨਹੀਂ ਆ ਜਾਂਦਾ ਮੇਰੀ ਗਲੀ ਦੇ ਵਿੱਚ ਵੀ PCR ਵਾਲੇ ਲਾਏ ਜਾਣ, ਇਹ ਡਿਮਾਂਡ ਕਰਦਾ ਸੀ। ਪਹਿਲਾਂ ਵੀ 2-3 ਵਾਰ ਇੱਥੇ ਸਿਕਿਉਰਿਟੀ ਲਗਾਈ ਗਈ ਹੈ ਜੀ। ਸਰ ਜੱਜ ਬਣ ਕੇ ਨੇ ਹੋਰ ਕਿਹੜੇ ਕੰਮ ਕੀਤੇ?
ਹੋਰ ਵੇਖੋ ਆ ਅਸੀਂ ਰਿਮਾਂਡ ਲੈ ਲਿਆ, ਤਫਤੀਸ਼ ਕਰਾਂਗੇ, ਜਿਹੜੀ ਗੱਲ ਸਾਹਮਣੇ ਆਵੇਗੀ ਆਪ ਨੂੰ ਇਸ਼ੂਤੀਰ ਆਸ਼ੂ ਜੀ ਕੀ ਤੁਸੀਂ ਜੱਜ ਜੀ ਇੱਧਰ ਨੂੰ ਆ ਜਾਓ। ਮੇਰੇ ਨਾਲ ਆਨਲਾਈਨ ਕੋਈ ਫਰਾਡ ਹੋ ਗਿਆ ਸੀ। ਨਹੀਂ ਤੁਸੀਂ ਜੱਜ ਹੋ, ਨਹੀਂ ਮੈਂ ਤੁਸੀਂ ਫੋਨ ਕਰਕੇ ਡਿਪਟੀ ਸਾਹਿਬ ਨੂੰ ਕਿਹਾ ਮੈਂ ਜੱਜ ਬੋਲਦਾ, ਮੇਰੇ ਘਰ ਸਿਕਿਉਰਿਟੀ ਲਗਾਈ ਜਾਵੇ, ਕੀ ਕਹਿਣਾ ਚਾਹੋਗੇ? ਸਰ ਮੇਰੇ ਕੋਲ ਅਪਾਇੰਟਮੈਂਟ ਲੈਟਰਾਂ ਜਿਹੜੀਆਂ ਆਨਲਾਈਨ ਆ ਗਈਆਂ ਉਹ ਫਰਾਡ ਸੀ, ਮੇਰੇ ਨਾਲ ਫਰਾਡ ਹੋ ਗਿਆ। ਨਹੀਂ ਫਿਰ ਲਾਈਟ ਲਾਈ ਗੱਡੀ ਉੱਤੇ ਅਗਲੇ ਬੰਦੇ ਦੀ ਮੇਰੇ ਨਾਲ ਫਰਾਡ ਹੋ ਗਿਆ ਨਾ ਸਰ। ਤੁਸੀਂ ਆਪਣੇ ਕੋਲ ਤੁਹਾਨੂੰ ਪੂਰੀ ਪਰਮਿਸ਼ਨ ਨਹੀਂ ਮਿਲੀ, ਕਿੱਦਾਂ ਲਾਈਟ ਲਾ ਲਈ, ਕਿੱਦਾਂ ਤੁਸੀਂ ਜੱਜ ਕਹਿ ਰਹੇ ਹੋ ਆਪਣੇ ਆਪ? ਸਰ ਉਹ ਜਿਨ੍ਹਾਂ ਨੇ ਫਰਾਡ ਕੀਤਾ ਉਹ ਮੈਨੂੰ ਕਹਿੰਦੇ ਰਹੇ। ਕੌਣ ਕਹਿੰਦਾ, ਕੀ ਨਾਮ ਉਹਦਾ? ਪ੍ਰਸਾਦ ਕੋਈ ਮੁੰਡਾ ਸੀ, ਦਿੱਲੀ ਤੋਂ ਕਹਿੰਦੇ ਸੀ। ਤੁਸੀਂ ਮੈਨੂੰ ਉਹਨਾਂ ਨੂੰ ਕਹਿ ਰਹੇ ਹੋ ਕਿੰਨੇ ਹੋ ਸਰ, ਤੁਸੀਂ ਕਿੰਨਾ ਪੜੇ ਜੇ? ਮਾਸ ਕਮਿਊਨੀਕੇਸ਼ਨਸ ਕੀਤੀ। ਤੁਸੀਂ ਫੋਨ ਕਰਕੇ ਕਹਿ ਰਹੇ ਹੋ ਮੇਰੇ ਕੋਲ 8 ਮੁਲਾਜ਼ਮ ਆ, ਮੇਰੇ ਘਰ ਦੇ ਬਾਹਰ ਵੀ ਮੁਲਾਜ਼ਮ ਲਗਾਏ ਜਾਣ, ਉਹ ਉਹਨਾਂ ਨੇ ਮੈਨੂੰ ਅਸਲ ਜਦੋਂ ਲੈ ਕੇ ਗਏ ਸੀ ਉਹ ਇਸ ਨੇ ਕੀਤਾ ਸੀ ਉਹਨਾਂ ਨੇ, ਤਾਂ ਹੁਣ ਕਰਕੇ। ਤੁਹਾਡੇ ਵੱਲੋਂ ਕੀਤਾ ਗਿਆ ਜਾਂ ਨਹੀਂ? ਨਾ ਮੇਰੇ ਵੱਲੋਂ ਕੀਤਾ ਗਿਆ ਸੀ। ਤੁਸੀਂ ਫੋਨ ਕੀਤਾ? ਹਾਂਜੀ। ਕਿਉਂ ਡਿਮਾਂਡ ਗੱਡੀ ਕਿਹੜੀ ਹੈ, ਕਿਉਂ ਕੀਤੀ ਸਿਕਿਉਰਿਟੀ ਡਿਮਾਂਡ? ਸਰ ਉਹ ਮੈਨੂੰ ਕਹਿੰਦੇ ਸੀ। ਕੀ ਕਹਿੰਦੇ ਸੀ, ਸਿਕਿਉਰਿਟੀ ਲੈ ਲਾ? ਹੁਣ ਤੇ ਪਤਾ ਨਹੀਂ ਸਰ, ਖਤਰਾ ਹੀ ਕਿਤੋਂ ਐਸੇ ਕਰ ਪਾਕਿਸਤਾਨ ਤੋਂ ਖਤਰਾ? ਚਲੋ। ਗੱਡੀ ਕਿਹੜੀ ਤੁਹਾਨੂੰ ਖਤਰਾ ਕਿੱਥੋਂ ਹੀ ਤੁਹਾਨੂੰ? ਗੱਡੀ ਮੇਰੀ। ਗੱਡੀ ਕਿਹੜੀ ਹੈ? ਮੇਰੀ। ਜਿਹੜੀ ਗੱਡੀ ਤੁਸੀਂ ਫਲਾਈਟ ਮਾਰਚ ਲਗਾਇਆ ਹੋਇਆ, ਇੱਕ ਲਾਈਟ ਵੀ ਲਗਾਈ ਹੋਈ ਹੈ ਮੇਰੀ। ਨੰਬਰ ਪਲੇਟ ਗੱਡੀ ਕਿਹੜੀ ਲਗਾਈ ਹੈ? ਸੌਰੀ ਗੱਡੀ ਸਰ, ਕਿਹੜੀ ਹੈਗੀ ਹੈ ਮਾੜਾ ਸੌਰੀ ਸਰ। ਮੈਂ ਗਲਤੀ ਮੰਨਦੇ ਆਪਣੀ? ਸੌਰੀ। ਗਲਤੀ ਮੰਨਦੇ? ਹਾਂਜੀ ਗਲਤੀ ਮੰਨਦੇ ਆਪਣੀ? ਸਰ ਮੇਰੇ ਨਾਲ ਫਰਾਡ ਹੋ ਗਿਆ ਨਾ, ਇਸ ਤੋਂ ਵੱਡੀ ਗਲਤੀ ਕੀ ਕਰਾਂਗੇ। ਕਿਹਦੇ ਵੱਲੋਂ ਫਰੋਡ ਕੀਤਾ ਗਿਆ? ਕਿਹਦੇ ਵੱਲੋਂ ਫਰੋਡ? ਆਨਲਾਈਨ ਹੋ ਗਿਆ ਸਰ, ਆਨਲਾਈਨ ਫਰਾਡ ਹੈ। ਆਨਲਾਈਨ ਫਰੋਡ ਕੀਤਾ ਤੇ ਤੁਸੀਂ ਪੁਲਿਸ ਨੂੰ ਵੀ ਫਰੋਡ ਸਮਝਦੇ, ਫਿਰ ਤੁਸੀਂ ਪੁਲਿਸ ਨੂੰ ਫੋਨ ਕਰਕੇ ਕਹਿ ਰਹੇ ਹੋ ਮੇਰੇ ਘਰ ਸਿਕਿਉਰਿਟੀ ਲਗਾਈ ਜਾਵੇ? ਨਹੀਂ ਸਰ ਮੈਨੂੰ ਨਹੀਂ ਨਾ ਪਤਾ ਸੀ ਕਿ ਮੇਰੇ ਨਾਲ ਤੁਸੀਂ ਫਰਾਡ ਹੋ ਕਿਹਾ ਰਿਹਾ। ਨਾ, ਤੁਸੀਂ ਆਡੀਓ ਦੇ ਵਿੱਚ, ਸਾਡੇ ਕੋਲ ਆਡੀਓ ਹੈ, ਉਹਦੇ ਵਿੱਚ ਤੁਸੀਂ ਕਿਹਾ ਕਿ ਨਾ ਮੈਂ 8 ਮੇਰੇ ਕੋਲ ਗਨਮੈਨ ਹੈ, ਮੈਂ ਜੱਜ ਬੋਲਦਾ। ਸਰ ਮੇਰੇ ਨਾਲ ਆਨਲਾਈਨ ਫਰਾਡ ਹੋਇਆ, ਮੈਨੂੰ ਨਹੀਂ ਪਤਾ ਸੀ ਨਾ ਕਿ ਆਨਲਾਈਨ ਇਸ ਤਰ੍ਹਾਂ ਫਰਾਡ ਹੋ ਜਾਂਦੇ ਨੇ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਭਾਰਤੀ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਅੱਜ ਦੇਸ਼ 'ਚ ਭਾਜਪਾ ਦੀ ਸਰਕਾਰ ਹੈ, ਜਦੋਂ ਤੱਕ ਸਾਡੀ ਸਰਕਾਰ ਹੈ ਭਾਰਤ ਦੀ 1 ਇੰਚ ਜ਼ਮੀਨ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਮੈਂ 8 ਦੀ ਰਾਤ ਅਤੇ 9 ਤਰੀਕ ਦੀ ਸਵੇਰ ਨੂੰ ਸਾਡੀ ਫੌਜ ਦੇ ਜਵਾਨਾਂ ਵੱਲੋਂ ਵਿਖਾਈ ਗਈ ਬਹਾਦਰੀ ਦੀ ਸ਼ਲਾਘਾ ਕਰਦਾ। ਫੌਜ ਨੇ ਉਹਨਾਂ ਸਾਰੇ ਲੋਕਾਂ ਦਾ ਪਿੱਛਾ ਕੀਤਾ ਜੋ ਕਿਸੇ ਸਮੇਂ ਅੰਦਰ ਦਾਖਲ ਹੋਏ ਸਨ ਅਤੇ ਸਾਡੀ ਜ਼ਮੀਨ ਦੀ ਰੱਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵੀ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਨਾ ਚੱਲਣ ਦੇਣ ਲਈ ਵਿਰੋਧੀ ਧਿਰ ਦੀ ਨਿੰਦਾ ਕੀਤੀ ਤੇ ਆਖਿਆ ਕਿ ਮੈਂ ਇਸ ਕਾਰਵਾਈ ਦੀ ਨਿੰਦਾ ਕਰਦਾ ਹਾਂ, ਜਦੋਂ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਸਪਸ਼ਟ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤਵਾਂਗ ਟਕਰਾਅ ਦੇ ਮੁੱਦੇ ਤੇ ਸੰਸਦ 'ਚ ਬਿਆਨ ਦੇਣਗੇ। ਸ਼ਾਹ ਨੇ ਆਖਿਆ ਕਿ ਜਦੋਂ ਮੈਂ ਪ੍ਰਸ਼ਨ ਕਾਲ ਦੀ ਸੂਚੀ ਦੇਖੀ ਤਾਂ ਪ੍ਰਸ਼ਨ ਨੰਬਰ 5 ਦੇਖਣ ਤੋਂ ਬਾਅਦ ਮੈਂ ਕਾਂਗਰਸ ਦੀ ਚਿੰਤਾ ਨੂੰ ਸਮਝਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਪਾਰਟੀ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਵਾਪਰੀ ਘਟਨਾਵਾਂ ਦਾ ਹਵਾਲਾ ਦਿੰਦਿਆਂ ਕੀਮਤੀ ਪ੍ਰਸ਼ਨ ਕਾਲ ਮੁਲਤਵੀ ਕਰ ਦਿੱਤਾ। ਜਦੋਂ 12 ਵਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਦਨ 'ਚ ਇਸ ਮਾਮਲੇ ਤੇ ਆਪਣਾ ਬਿਆਨ ਦੇਣ ਵਾਲੇ ਸਨ ਤਾਂ ਪ੍ਰਸ਼ਨ ਕਾਲ ਮੁਲਤਵੀ ਕਰਨ ਦਾ ਕੋਈ ਤੁਕ ਨਹੀਂ ਬਣਦਾ ਸੀ। ਸ਼ਾਹ ਨੇ ਇਹ ਵੀ ਆਖਿਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਖੋਜ ਦੇ ਨਾਂ ਤੇ ਚੀਨੀ ਦੂਤਾਵਾਸ ਕੋਲੋਂ 1 ਕਰੋੜ 35 ਲੱਖ ਰੁਪਏ ਲਏ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਚੀਨ ਨੇ ਮਨਮੋਹਨ ਸਿੰਘ ਦੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਤੇ ਇਤਰਾਜ਼ ਜਤਾਇਆ ਸੀ ਕਿ ਇਹ ਤੁਹਾਡੀ ਖੋਜ ਦਾ ਵਿਸ਼ਾ ਸੀ। ਸ਼ਾਹ ਨੇ ਇਹ ਵੀ ਆਖਿਆ ਕਿ ਇਹ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਦੇਸ਼ ਵਿੱਚ ਕਿਸੇ ਨੂੰ 1 ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਏਗੀ, ਇਸ ਦੀ ਇਜਾਜ਼ਤ कभी भी नहीं दी जाएगी। दोगला रवैया जनता के सामने नहीं चलता है, जनता सब देख रही है। आपके परिवार द्वारा चलाया गया फाउंडेशन, उसका FCRA रजिस्ट्रेशन चीन की दूतावास से मिले हुए अनुदान से समाप्त हुआ है। आपके ही समय में हजारों किलोमीटर भूमि अवैध रूप से हमसे हड़प ली गई है। आपके ही समय में हमें मिली हुई सुरक्षा परिषद की सदस्यता आपने निजी संबंधों को बनाने के लिए चीन की भेंट कर दी है। ये सारी जनता ये सभी विषयों को जानती है। मैं इतना स्पष्ट कहना चाहता हूं कि भारतीय जनता पार्टी की सरकार है, नरेंद्र मोदी इसके प्रधानमंत्री है और जब तक भारतीय जनता पार्टी की मोदी सरकार चल रही है 1 इंच जमीन पर भी कोई कब्जा नहीं कर सकता। कल अपने सेना के जवानों ने जो 8 की देर रात को और 9 की सुबह को जो वीरता दिखाई है, मैं इसकी भूरी भूरी प्रशंसा करता हूं। इन्होंने
घुसे हुए सभी लोगों को कुछ ही घंटों में वापस खदेड़ दिया और हमारी भूमि का रक्षण किया है। राजीव गांधी फाउंडेशन के FCRA लाइसेंस रद्द होने का एक दूसरा भी कारण था। इस्लामिक रिसर्च फाउंडेशन के जिसका प्रणेता जाकिर नायक है, जाकिर नायक को पूरा देश जानता है, उनसे भी 7 जुलाई 2011 को 50 लाख रुपया राजीव गांधी फाउंडेशन ने प्राप्त किया था। मैं पूछना चाहता हूं राजीव गांधी फाउंडेशन के कर्ता धर्ता जो कांग्रेस की फैमिली पार्टी है उसी के सदस्य हैं, तो आपको ये पैसा जाकिर नाइक ने किस मकसद के लिए दिया था, इसकी भी स्पष्टता देश की जनता के सामने होनी चाहिए। धन्यवाद। पर दूजे पासे कांग्रेस के लीडरां ने सेंट्रल गवर्नमेंट ਨੂੰ ਘੇਰਿਆ ਤੇ ਕਾਂਗਰਸ ਦੇ ਲੀਡਰ ਪਵਨ ਖੇੜਾ ਨੇ ਆਖਿਆ ਕਿ ਆਖਿਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਨਾਂ ਤੋਂ ਡਰ ਕਿਉਂ ਜਾਂਦੇ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਡੀਆ ਦੀ ਯਾਨੀ ਕਿ ਭਾਰਤ ਦੀ 43,000 ਵਰਗ ਕਿਲੋਮੀਟਰ ਜ਼ਮੀਨ ਦੇ ਉੱਤੇ ਚੀਨ ਦਾ ਕਬਜ਼ਾ ਹੈ। 11 ਮਾਰਚ 2020 ਨੂੰ ਲੋਕ ਸਭਾ ਦੇ ਵਿੱਚ ਦਿੱਤੇ ਜਵਾਬ ਦੇ ਉਦੋਂ ਦੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਹ ਦੱਸਿਆ ਸੀ ਕਿ ਲੱਦਾਖ ਦਾ ਕਰੀਬ 36,000 ਸਕੁਅਰ ਕਿਲੋਮੀਟਰ ਦਾ ਹਿੱਸਾ ਚੀਨ ਦੇ ਕਬਜ਼ੇ 'ਚ ਹੈ। ਇਸ ਤੋਂ ਇਲਾਵਾ 2 ਮਾਰਚ 1963 ਨੂੰ ਚੀਨ ਪਾਕਿਸਤਾਨ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਤੇ ਪਾਕਿਸਤਾਨ ਨੇ POK ਪਾਕਿਸਤਾਨ ਆਕੂਪਾਈਡ ਕਸ਼ਮੀਰ ਦਾ ਕਰੀਬ 5,000 ਕਿਲੋਮੀਟਰ ਦਾ ਜਿਹੜਾ ਹਿੱਸਾ ਹੈ ਉਹ ਚੀਨ ਨੂੰ ਦੇਤਾ ਸੀ। ਇਹ ਜਿੰਨੇ ਵੀ ਭਾਰਤ ਦੇ ਹਿੱਸੇ ਤੇ ਚੀਨ ਦਾ ਕਬਜ਼ਾ ਹੈ ਉਹਨਾਂ ਏਰੀਆ ਤੁਹਾਨੂੰ ਦੱਸ ਦਈਏ ਸਵਿਟਜ਼ਰਲੈਂਡ ਪੂਰਾ ਮੁਲਕ ਉਹਨਾਂ ਰਕਬਾ ਸਵਿਟਜ਼ਰਲੈਂਡ ਦਾ ਨਹੀਂ ਹੈ ਜਿੰਨਾ ਕਿ ਚੀਨ ਵੱਲੋਂ ਭਾਰਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਹੈ। ਰਿਪੋਰਟਾਂ ਇਹ ਕਹਿੰਦੀਆਂ ਨੇ 43,180 ਸਕੁਅਰ ਕਿਲੋਮੀਟਰ ਤੇ ਚੀਨ ਨੇ ਆਪਣਾ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਹੈ ਜਿਹੜੀ ਕਿ ਜ਼ਮੀਨ ਕਦੀ ਭਾਰਤ ਦੀ ਹੁੰਦੀ ਸੀ। ਹੁਣ ਚੀਨ ਅਰੁਣਾਚਲ ਪ੍ਰਦੇਸ਼ ਦੇ 90,000 ਸਕੁਅਰ ਕਿਲੋਮੀਟਰ ਦੇ ਉੱਤੇ ਵੀ ਆਪਣੀ ਦਾਅਵੇਦਾਰੀ ਕਰਦਾ ਰਿਹਾ। ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਚੀਨ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ। ਚੀਨ ਹਮੇਸ਼ਾ ਹੀ ਦੂਸਰੇ ਮੁਲਕਾਂ ਦੀ ਜ਼ਮੀਨਾਂ ਦੇ ਉੱਤੇ ਆਪਣੀ ਅੱਖ ਰੱਖਦਾ ਰਿਹਾ ਹੈ। ये सरकार सवाल पूछ लो तो हम पर सवाल निशान प्रश्न चिन्ह लगाते हैं हमारे पर। अरुणाचल प्रदेश को पूर्ण राज्य का दर्जा कांग्रेस ने दिया, इनकी तरह नहीं कि पिछले साल हम इनको बार बार चेतावनी दे रहे थे कि चीन नाम बदल रहा है अरुणाचल प्रदेश में कई इलाकों के, तो मोदी जी कहते थे नहीं कोई बात नहीं, नाम बदलने से क्या होता है, देख लीजिए अब आप दरवाजे पर दस्तक देने आ गए। तापिर गांव तो आपके MP हैं अरुणाचल से, तापिर गांव आपको कहते रहे कि 60-70 किलोमीटर चीन अंदर घुस आया है, आपने कहा नहीं कोई बात नहीं आने दीजिए। ये क्या राज है, क्यों घबराते हो आप चीन से, क्यों 18 बार आप चीन के राष्ट्रपति से मिलते हो, क्यों आप लाल शॉल ओढ़ के उनके आगे झुककर उनको सलाम करते हो। हम ये सवाल आपसे आज पूछना चाहते हैं, हम पूछना नहीं चाहते थे पहले, लेकिन आपके रवैया देखकर संसद में भी और संसद के बाहर भी आपका रवैया देखकर हम मजबूर होकर ये पूछ रहे हैं कि मजबूरी आपकी क्या है, क्यों आप चुप हो जाते हो चीन के सामने, क्यों आप डर जाते हो चीन के सामने, क्यों देश की सेना का अपमान करते हो आप चीन के सामने, क्यों देश की सीमाओं के साथ आप खिलवाड़ करते हो चीन के सामने। ये सवाल हम पूछेंगे और बार बार पूछेंगे। ਤੁਹਾਨੂੰ ਇਹ ਵੀ ਦੱਸ ਦਈਏ ਕਿ ਚੀਨ ਦੀਆਂ ਜਿਹੜੀਆਂ ਸਰਹੱਦਾਂ ਨੇ 14 ਮੁਲਕਾਂ ਦੇ ਨਾਲ ਲੱਗਦੀਆਂ ਨੇ। ਇੱਕ ਰਿਪੋਰਟ ਇਹ ਵੀ ਦੱਸਦੀ ਹੈ ਕਿ ਚੀਨ 23 ਦੇਸ਼ਾਂ ਦੇ ਇਲਾਕਿਆਂ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ। ਚੀਨ ਦਕਸ਼ਿਣ ਚੀਨ ਸਾਗਰ ਤੇ ਵੀ ਆਪਣਾ ਜਿਹੜਾ ਹੱਕ ਜਤਾਉਂਦਾ ਰਿਹਾ। ਇੰਡੋਨੇਸ਼ੀਆ ਤੇ ਵੀਅਤਨਾਮ ਦੇ ਵਿੱਚ ਜਿਹੜਾ ਸਾਗਰ ਹੈ 35 ਲੱਖ ਸਕੁਅਰ ਕਿਲੋਮੀਟਰ 'ਚ ਪੂਰਾ ਫੈਲਿਆ ਸਾਗਰ ਹੈ। ਇੰਡੋਨੇਸ਼ੀਆ, ਚੀਨ, ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ, ਤਾਈਵਾਨ ਤੇ ਬਰੂਨੇਈ ਨਾਲ ਇੱਕ ਘਿਰਿਆ ਹੋਇਆ ਸਾਗਰ ਹੈ। ਸਾਗਰ ਦੇ ਉੱਤੇ ਇੰਡੋਨੇਸ਼ੀਆ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਆਪਣਾ ਦਾਅਵਾ ਕਰਦੇ ਨੇ, ਪਰ ਚੀਨ ਇਹ ਕਹਿੰਦਾ ਹੈ ਕਿ ਇਹ ਸਾਡਾ ਹਿੱਸਾ ਹੈ। ਅੱਜ ਦਿਓ ਸਾਨੂੰ ਇਜਾਜ਼ਤ, ਕੱਲ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ। ਤਦ ਤੱਕ ਨਮਸਕਾਰ, ਸਤਿ ਸ਼੍ਰੀ ਅਕਾਲ।